ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸਾਰੀ ਸਾਧ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਧ ਸੰਗਤ ਜੀ, ਅੱਜ ਦੀ ਜਿਹੜੀ ਸਾਖੀ ਹੈ ਉਸ 'ਚ ਦੱਸਿਆ ਗਿਆ ਹੈ ਕਿ ਗਰੀਬ ਤੋਂ ਅਮੀਰ ਦੇ ਬਣਨ ਦੇ ਕੀ ਉਪਾਅ ਹੈ। ਸਾਧ ਸੰਗਤ ਜੀ, ਅੱਜ ਦੀ ਸਾਖੀ ਗੁਰੂ ਹਰਿਰਾਏ ਜੀ ਦੀ ਹੈ। ਅੱਜ ਦੀ ਸਾਖੀ 'ਚ ਗੁਰੂ ਜੀ ਨੇ ਦੱਸਿਆ ਕਿ ਗਰੀਬੀ ਨੂੰ ਦੂਰ ਕਿਵੇਂ ਕਰ ਸਕਦੇ ਹੈ, ਉਸ ਦਾ ਉਪਾਅ ਦੱਸਿਆ ਗਿਆ ਹੈ। ਚਲੋ ਆਪਾਂ ਇਸ ਸਾਖੀ ਦਾ ਬੜੇ ਹੀ ਪਿਆਰ ਨਾਲ ਸਰਵਣ ਕਰਦੇ ਹਾਂ। ਇੱਕ ਦਿਨ ਸਤਿਗੁਰੂ ਹਰਿਰਾਏ ਜੀ ਸਭਾ 'ਚ ਬੈਠੇ ਸੀ। ਸੰਗਤ ਦਰਸ਼ਨ ਕਰਨ ਕਰਕੇ ਮਨ ਇੱਛਿਤ ਫਲ ਪ੍ਰਾਪਤ ਕਰਦੀ ਸੀ। ਦੇਸ਼ਾਂ ਵਿਦੇਸ਼ਾਂ ਤੋਂ ਵਿਸ਼ੇਸ਼ ਤੌਰ 'ਤੇ ਸੰਗਤ ਦਰਸ਼ਨ ਕਰਨ ਲਈ ਆਉਂਦੀ ਸੀ। ਇੱਥੇ ਤੱਕ ਕਿ ਸਾਰੀ ਜਗਤ 'ਚ ਗੁਰੂ ਜੀ ਦਾ ਸ੍ਰੇਸ਼ਟ ਨਾ ਫੈਲਿਆ ਹੋਇਆ ਸੀਗਾ। ਮਨ ਔਰ ਚਾਂਦ ਦਾ ਬੜਾ ਪ੍ਰਕਾਸ਼ ਹੋ ਰਿਹਾ ਸੀਗਾ। ਉਪਕਾਰੀ ਗੁਰੂ ਜੀ ਬੜੀ ਕਰਾਮਤ ਵਾਲੇ ਸੀ। ਜਿਸ ਤਰ੍ਹਾਂ ਦੇ ਵਚਨ ਕਰਦੇ ਸੀ ਉਸ ਤਰ੍ਹਾਂ ਹੋ ਜਾਂਦਾ ਸੀ। ਗੁੱਸੇ 'ਚ ਆ ਕੇ ਖੁਸ਼ ਹੋ ਗਏ, ਕੋਈ ਕਠੋਰ ਵਚਨ ਵੀ ਕਹਿ ਦਿੰਦੇ ਸੀ ਨਾ ਤਾਂ ਉਹ ਵੀ ਪੂਰਾ ਹੋ ਜਾਂਦਾ ਸੀ। ਦੋਨੋਂ ਤਰਫ ਚੋਰ ਫਿਰਦਾ ਸੀ ਤਾਂ ਬੜੀ ਹੀ ਸ਼ੋਭਾ ਪਾਉਂਦੇ ਸੀ। ਚੰਦਨ ਔਰ ਗੁਲਾਬ ਦੇ ਇਤਰ ਨਾਲ ਸੁਗੰਧਿਤ ਰਹਿੰਦੇ ਸੀ। 101 ਪਾਲਿਆਂ ਵਾਲਾ ਜਾਮਾ ਪਾਉਂਦੇ ਸੀ। ਅੰਗਾਂ ਦੇ ਉੱਤੇ ਸੋਹਣੇ ਗਹਿਣੇ ਸ਼ੋਭਿਤ ਕਰਦੇ ਸੀ। ਜਦ ਸਿੱਖ ਅੱਗੇ ਹੋ ਕੇ ਅਰਦਾਸ ਕਰਦੇ ਸੀ ਤਾਂ ਕਿਰਪਾ ਦ੍ਰਿਸ਼ਟੀ ਨਾਲ ਦੇਖ ਲੈਂਦੇ ਸੀ ਕਿ ਚਾਰੋਂ ਕੋਨੇ 'ਤੇ ਸ਼ਸਤਰ ਪਕੜੇ ਹੋਏ ਉੱਥੇ ਯੋਧੇ ਗੁਰੂ ਜੀ ਦਾ ਇੱਕ ਪਰਿਵਾਰ ਹੀ ਸੀ। ਇੱਕ ਸਿੱਖ ਹੱਥ ਜੋੜ ਕੇ ਬੋਲਦਾ ਹੈ, ਗੁਰੂ ਜੀ ਤੁਸੀਂ ਤਾਂ ਨਾਥਾਂ ਦੇ ਨਾਥ ਹੋ। ਕਿਸ ਤਰ੍ਹਾਂ ਸੇਵਾ ਕੀਤੀ ਜਾਏ ਜੋ ਨਿਰਧਨ ਸਿੱਖ ਧਨ ਪਾ ਸਕੇ, ਬਹੁਤ ਗਰੀਬ ਹੋ ਜਾਏ, ਬਹੁਤ ਯਤਨ ਕਰਨ 'ਤੇ ਵੀ ਕਿਸੇ ਤਰ੍ਹਾਂ ਧਨ ਹੱਥ ਨਾ ਲੱਗੇ। ਫਿਰ ਆਪ ਕੋ ਤੁਹਾਨੂੰ ਪ੍ਰਸੰਨ ਕਰਨ ਲਈ ਕੀ ਕੀਤਾ ਜਾਏ ਤੇ ਉਹਦਾ ਜਨਮ ਸਫਲ ਹੋ ਜਾਏ। ਸ਼੍ਰੀ ਗੁਰੂ ਹਰਿਰਾਏ ਜੀ ਨੇ ਆਪਣੇ ਪਵਿੱਤਰ ਬਚਨਾਂ ਨਾਲ ਕਿਹਾ ਕਿ ਸਿੱਖ ਸੇਵਕ, ਮੈਨੂੰ ਸਿਰਫ ਪਿਆਰ ਚਾਹੀਦਾ ਹੈ। ਮੈਂ ਸਿਰਫ ਪਿਆਰਾ ਤੋਂ ਭੁੱਖਾ ਹਾਂ। ਮੈਨੂੰ ਸਾਫ਼ ਹਿਰਦੇ ਚਾਹੀਦਾ ਹੈ। ਬਸ ਮੈਨੂੰ ਸ਼ਬਦਾਂ ਦਾ ਪ੍ਰਕਾਸ਼ ਨਹੀਂ ਚਾਹੀਦਾ, ਜਿਵੇਂ ਕਿ ਮੈਨੂੰ ਕੋਈ ਗੱਲਾਂ 'ਚ ਫਸਾ ਲਏ ਜਾਂ ਗੱਲਾਂ ਕਰਕੇ ਉੱਦਾਂ ਨਹੀਂ ਚਾਹੀਦਾ। ਮੈਨੂੰ ਪਿਆਰ ਚਾਹੀਦਾ ਹੈ ਅਤੇ ਦਿਨ ਰਾਤ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਜਿਹੜਾ ਅਨਾਜ ਤੇ ਧਨ ਹੈ ਨਾ, ਉਹ ਸ਼ਰਧਾ ਨਾਲ ਅਰਪਣ ਕਰਨਾ ਜੋ ਕਰੇਗਾ ਉਹੀ ਦਿਲਦਾਰ ਹੋਵੇਗਾ। ਸਾਰੀ ਦਲਿਦਰੀ ਤੇ ਗਰੀਬੀ ਦੂਰ ਹੋ ਜਾਂਦੀ ਹੈ। ਇਸ ਦੇ ਨਾਲ ਸੰਬੰਧਿਤ ਇੱਕ ਕਥਾ ਹੈ ਜਿਸ ਦੀ ਇਹ ਘਟਨਾ ਹੈ, ਤਾਂ ਤੁਸੀਂ ਸੁਣਨ ਦੀ ਕਿਰਪਾਲਤਾ ਕਰੋ। ਇੱਕ ਨਗਰ 'ਚ ਇੱਕ ਸਿੱਖ ਰਹਿੰਦਾ ਸੀ ਜਿਹਦੇ ਕੋਲ ਬਿਲਕੁਲ ਵੀ ਅਨਾਜ ਨਹੀਂ ਸੀ। ਘਰ 'ਚ ਕੁਛ ਵੀ ਅਨਾਜ ਕੀ ਧਨ ਕੀ ਕੁਛ ਵੀ ਨਹੀਂ ਸੀ। ਬੜੀ ਮੁਸ਼ਕਿਲ ਨਾਲ ਦੀ ਪੇਟ ਪੂਜਾ ਕਰਦਾ ਸੀ। ਹਮੇਸ਼ਾ ਹੀ ਗਰੀਬੀ ਦਾ ਦੁੱਖ ਬਰਦਾਸ਼ਤ ਕਰਦਾ ਸੀ। ਉਸਦੇ ਘਰ 'ਤੇ ਨਾ ਇੱਕ ਚੀੜੇ ਨੇ ਆਪ ਦਾ ਘੋਂਸਲਾ ਬਣਾਇਆ ਹੋਇਆ ਸੀ, ਜਿੱਥੇ ਇੱਕ ਚੀੜਾ ਤੇ ਚੀੜੇ ਦਾ ਜੋੜਾ ਰਹਿੰਦਾ ਸੀ, ਜੋ ਪਿਛਲੇ ਜਨਮ 'ਚ ਸਿੱਖ ਤੇ ਸਿੱਖਣੀ ਸੀ। ਉਹਨਾਂ ਨੇ ਕੋਈ ਸ਼ੁਭ ਕੰਮ ਕੀਤਾ ਸੀ ਤੇ ਗੁਰੂ ਮਹਾਤਮਾ ਦੇ ਗਿਆਨ ਸੀ ਤੋਂ ਪੰਛੀ ਜਨਮ ਉਹਨਾਂ ਨੇ ਲਿੱਤਾ ਸੀ। ਉਹਨਾਂ ਦੀ ਗਰੀਬੀ ਤੇ ਵਿਪਤਾ ਦੇਖ ਕਰ ਚਿੱਤ ਤੇ ਉਹਨਾਂ ਦੇ ਬਹੁਤ ਦੁਖੀ ਹੁੰਦੀ ਸੀ। ਉਹਨਾਂ ਦਾ ਹਿਰਦੇ ਬਹੁਤ ਦੁਖਦਾ ਸੀ। ਉਸ ਦਿਨ ਉਹਨਾਂ ਨੇ ਸੋਚਿਆ, ਚੀੜੇ ਤੇ ਚੀੜੀ ਨੇ ਉਹਨਾਂ ਦੀ ਮਦਦ ਕਰਨ ਲਈ ਸੋਚਿਆ। ਉਹਨਾਂ ਨੇ ਚੁੰਝ ਭਰ ਕੇ ਅਨਾਜ ਭਰਿਆ, ਉਹਨਾਂ ਦੇ ਘਰ 'ਚੋਂ ਤੇ ਲੰਗਰ 'ਚ ਜਾ ਕੇ ਪਾ ਦਿੱਤਾ। ਸਾਧ ਸੰਗਤ ਜੀ, ਜਦੋਂ ਲੰਗਰ 'ਚ ਪਾਇਆ ਨਾ ਤਾਂ ਉਹਨਾਂ ਦੀ ਜਿਹੜੀ ਮਿਹਨਤ ਤੇ ਮਜ਼ਦੂਰੀ ਸੀਗੀ ਨਾ, ਉਸ 'ਚ ਨਾ ਬਰਕਤ ਪੈਣ ਲੱਗ ਗਈ ਅਤੇ ਉਹਨਾਂ ਨੂੰ ਇਸ ਗੱਲ ਦਾ ਸਮਝ ਨਹੀਂ ਆਉਂਦਾ ਸੀ। ਅਤੇ ਸਾਧ ਸੰਗਤ ਜੀ, ਜਿਹੜਾ ਚੀੜਾ ਤੇ ਚੀੜੀ ਸੀਗੇ ਨਾ, ਉਹ ਰੋਜ਼ਾਨਾ ਚੁੰਝ ਭਰ ਕੇ ਜਾਂਦੇ ਅਤੇ ਗੁਰੂ ਦੇ ਘਰ ਲੰਗਰ 'ਚ ਉਹ ਪਾ ਦਿੰਦੇ। ਜਦੋਂ ਗੁਰੂ ਘਰ ਦਾ ਲੰਗਰ ਕੋਈ ਹੋਰ ਜਿਹੜੇ ਸੀਗੇ ਭਗਤ ਖਾਂਦੇ ਅਤੇ ਜਦੋਂ ਬਹੁਤ ਅਸ਼ੀਸ਼ਾਂ ਰਹਿੰਦੇ ਤਾਂ ਉਸ ਦੇ ਨਾਲ ਨਾਲ ਉਹਦੇ ਘਰ ਦੌਲਤ ਆਉਂਦੀ ਰਹਿੰਦੀ। ਜਿਵੇਂ ਜਿਵੇਂ ਲੋਕਾਂ ਨੇ ਖਾਧਾ ਹੈ ਉਵੇਂ ਉਵੇਂ ਉਹਨਾਂ ਦੇ ਘਰ ਬਰਕਤ ਪੈਂਦੀ ਗਈ। ਸਾਧ ਸੰਗਤ ਜੀ, ਇੱਕ ਦਿਨ ਕੀ ਹੋਇਆ ਕਿ ਇਹਨਾਂ ਕੋਲ ਬਹੁਤ ਧਨ ਅਤੇ ਬਹੁਤ ਅਨਾਜ ਇਕੱਠਾ ਹੋ ਗਿਆ ਅਤੇ ਜਿਸ ਕਰਕੇ ਉਹਨਾਂ ਨੇ ਨਾ ਆਪਣੀ ਜਿਹੜੀ ਝੱਪੜੀ ਸੀ ਨਾ ਉਹਨੂੰ ਤੋੜ ਕੇ ਸੋਹਣਾ ਜਿਹਾ ਘਰ ਬਣਵਾ ਲਿਆ। ਉੱਥੇ ਬਹੁਤ ਖੁਸ਼ ਰਹਿਣ ਲੱਗੇ। ਲੇਕਿਨ ਜਿਹੜਾ ਚੀੜੀ ਤੇ ਚੀੜੇ ਦਾ ਘਰ ਸੀ ਨਾ, ਉੱਥੇ ਉਹਨਾਂ ਨੇ ਪੇੜ 'ਤੇ ਘੋਂਸਲਾ ਬਣਾਇਆ ਸੀ ਅਤੇ ਉਹ ਟੁੱਟ ਗਿਆ। ਅਤੇ ਸਾਧ ਸੰਗਤ ਜੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਦਾ ਹੋਰ ਦਾਣਾ ਪਾਣੀ ਲੱਭਿਆ ਅਤੇ ਇੱਕ ਹੋਰ ਘੋਂਸਲਾ ਬਣਾ ਲਿੱਤਾ। ਲੇਕਿਨ ਜਿਨ੍ਹਾਂ ਦੇ ਘਰ ਉਹਨਾਂ ਨੇ ਘਰ ਬਣਾਇਆ ਸੀ, ਜਿਨ੍ਹਾਂ ਦੇ ਘਰ ਦਾ ਘਰ ਚੱਲਦਾ ਸੀ ਨਾ, ਉਹ ਹੁਣ ਅਨਾਜ ਤਾਂ ਉਹਨਾਂ ਦੇ ਕਿੱਥੇ ਜਾਂਦਾ ਨਹੀਂ ਸੀ। ਅਨਾਜ ਤਾਂ ਲੰਗਰ 'ਚ ਪੈਣਾ ਚਾਹੀਦਾ ਸੀਗਾ, ਲੇਕਿਨ ਉਹ ਪੈਂਦਾ ਨਹੀਂ ਸੀ। ਅਤੇ ਸਾਧ ਸੰਗਤ ਜੀ, ਉਹਨਾਂ ਨੇ ਘਰ ਬਣਾ ਲਿਆ, ਧਨ ਇਕੱਠਾ ਹੋ ਗਿਆ, ਅਨਾਜ ਵੀ ਆ ਗਿਆ। ਲੇਕਿਨ ਜਿਵੇਂ ਹੀ ਚੀੜਾ ਚਿੜੀ ਦਾ ਘਰ ਟੁੱਟਿਆ ਅਤੇ ਉਹਨਾਂ ਦੇ ਘਰ ਫਿਰ ਵਾਪਿਸ ਉਹੀ ਚੀਜ਼, ਫਿਰ ਵਾਪਿਸ ਗਰੀਬੀ ਆਉਣੀ ਸ਼ੁਰੂ ਹੋ ਗਈ।
ਤੇ ਫਿਰ ਉਹਨਾਂ ਨੇ ਕਿਹਾ, ਹੀ ਪ੍ਰਭੂ ਜੀ, ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਮੈਨੂੰ ਦੱਸੋ, ਉਸੇ ਤਰ੍ਹਾਂ ਮੈਨੂੰ ਰੱਖ ਲਓ, ਮੇਰੀ ਪਰ ਬੇਨਤੀ ਸਵੀਕਾਰ ਕਰ ਲਓ। ਮੇਰੀ ਮਸਾਂ ਹੀ ਤਾਂ ਸੰਪੱਤੀ ਵਧਣ ਲੱਗੀ ਸੀ, ਤੇ ਹੁਣ ਤੁਸੀਂ ਮੈਂ ਵਾਪਿਸ ਉਹੀ ਵਿਪਤਾ 'ਚ ਆ ਗਿਆ, ਉਹੀ ਨਿਰਵਾਹ ਕਰੋ, ਪਲੀਜ਼ ਮੇਰੀ ਹੈਲਪ ਕਰੋ। ਆਹੀ ਚੀਜ਼ ਕਹਿ ਕੇ ਤੇ ਗੁਰੂ ਜੀ ਨੇ ਕਿਹਾ, ਮੇਰੀ ਗੱਲ ਸੁਣ, ਤੇਰੇ ਕੋਲ ਪੈਸਾ ਆਇਆ, ਲੇਕਿਨ ਤੇਰੇ ਪੈਸੇ ਕਰਕੇ ਕਿਸੇ ਦਾ ਘਰ ਉਜੜਿਆ। ਘਰ ਵੀ ਉਹਦਾ ਉਜੜਿਆ ਜਿਹਨੇ ਤੇਰਾ ਹੀ ਘਰ ਬਣਾਇਆ। ਉਹਨੂੰ ਗੱਲ ਸਮਝ ਨਹੀਂ ਆਈ, ਤੇ ਸਤਿਗੁਰੂ ਜੀ ਨੇ ਉਹਨੂੰ ਪੂਰੀ ਗੱਲ ਸਮਝਾਈ ਕਿ ਤੇਰੇ ਨਾ ਕੋਠੇ 'ਤੇ ਇੱਕ ਚੀੜਾ ਚਿੜੀ ਰਹਿੰਦੇ ਸੀ, ਜਿਨ੍ਹਾਂ ਨੂੰ ਤੇਰੀ ਇਹ ਹਾਲਤ ਦੇਖਣਾ ਬਿਲਕੁਲ ਵੀ ਗਵਾਰਾ ਨਹੀਂ ਸੀ। ਉਹ ਬਹੁਤ ਪਰੇਸ਼ਾਨ ਹੁੰਦੇ ਸੀ ਤੇਰੀ ਹਾਲਤ ਦੇਖ ਕੇ, ਕਿ ਤੂੰ ਸਿਰਫ ਇੱਕ ਰੋਟੀ ਪਿੱਛੇ ਵੀ ਬਹੁਤ ਤਰਲੇ ਮਾਰਦਾ ਹੈ। ਲੇਕਿਨ ਉਹਨਾਂ ਨੇ ਕੀ ਕਰਨਾ, ਤੇਰੇ ਘਰ 'ਚੋਂ ਅਨਾਜ ਦੀ ਚੁੰਝ ਭਰਨੀ ਤੇ ਆ ਕੇ ਘਰ ਦੇ ਲੰਗਰ 'ਚ ਪਾ ਦੇਣਾ। ਤੇ ਜਿਵੇਂ ਜਿਵੇਂ ਲੰਗਰ ਸਾਰੇ ਖਾਂਦੇ ਸੀ, ਉਵੇਂ ਉਵੇਂ ਤੇਰੇ ਘਰ ਦੌਲਤ ਆਉਂਦੀ ਸੀ ਤੇ ਤੇਰੇ ਘਰ ਬਰਕਤ ਪੈਂਦੀ ਸੀ। ਲੇਕਿਨ ਜਦੋਂ ਤੂੰ ਉਹਨਾਂ ਦਾ ਘਰ ਤੁੜਵਾਇਆ ਹੈ, ਉਹ ਜਦੋਂ ਤੇਰੇ ਤੇ ਘਰ ਤੋਂ ਚਲੇ ਗਏ, ਉਹ ਤੇਰਾ ਘਰ ਦਾ ਦਾਣਾ ਪਾਣੀ ਨਹੀਂ ਲੈ ਕੇ ਆ ਸਕੇ, ਨਾ ਉਹਨਾਂ ਨੇ ਲੰਗਰ ਘਰ 'ਚ ਕੁਛ ਪਾਇਆ। ਇਸ ਕਰਕੇ ਹੁਣ ਤੇਰੇ ਘਰ 'ਚ ਬਰਕਤ ਪੈਣੀ ਘੱਟ ਹੋ ਗਈ। ਹੁਣ ਤਾਂ ਸਿਰਫ ਆਹੀ ਚੀਜ਼ ਹੈ, ਮੈਂ ਆਹੀ ਕਹਿੰਦਾ ਹਾਂ, ਜੇ ਆਪਣੇ ਘਰ ਦੌਲਤ ਲਿਆਉਣੀ ਹੈ ਨਾ ਸਾਧ ਸੰਗਤ ਜੀ, ਤਾਂ ਪਹਿਲਾਂ ਨਿਸਵਾਰਥ ਪ੍ਰੇਮ ਸਹਿਤ ਸਤਿਗੁਰੂ ਦੇ ਕਹੇ ਅਨੁਸਾਰ ਜਾ ਕੇ ਪਹਿਲਾਂ ਗਰੀਬਾਂ ਦੀ ਸਹਾਇਤਾ ਕਰੋ। ਤੁਹਾਡੀ ਗਰੀਬੀ ਵਿਪਤਾ ਸਭ ਕੁਝ ਮਿਟਾ ਸਕਦਾ ਹਾਂ ਮੈਂ, ਲੇਕਿਨ ਕਰੋ ਤਾਂ ਮਨ ਨਾਲ ਕਰੋ, ਧਨ ਦੀ ਕੋਈ ਕਦੇ ਕਮੀ ਨਹੀਂ ਹੋਏਗੀ, ਸੁੱਖ ਹੀ ਸੁੱਖ ਪ੍ਰਾਪਤ ਹੋਏਗਾ। ਇਸ ਕਰਕੇ ਧਰਮ ਦੀ ਕਿਰਤ ਕਰਕੇ ਆਪਣੇ ਭੋਜਨ ਦਾ ਹਮੇਸ਼ਾ ਚੌਥਾ ਹਿੱਸਾ ਜੋ ਗਰੀਬ ਹੈ ਵਾਹਿਗੁਰੂ ਲਈ ਅਰਪਣ ਕਰਕੇ ਪ੍ਰਤੀ ਦਿਨ ਆਪਣੇ ਘਰ ਦੇ ਵਿੱਚ ਦੌਲਤ ਵਧਾਓ। ਮੇਰਾ ਸਵਰੂਪ ਸਤਸੰਗਤ ਜੀ ਜੋ ਭੋਜਨ ਖਾਏਗਾ ਨਾ, ਉਹਨੂੰ ਮੈਂ ਸਮਝੋ ਕਿ ਮੈਂ ਹੀ ਖਾ ਰਿਹਾ ਹਾਂ, ਲੋਕ ਪਰਲੋਕ ਸੁਧਰ ਜਾਏਗਾ ਉਸਦਾ। ਉਸ ਲਈ ਉਹ ਸਿੱਖ ਦਾ ਲੋਕ ਪਰਲੋਕ ਸੁਧਰ ਜਾਂਦਾ ਹੈ ਜੋ ਭੋਜਨ ਤਿਆਰ ਕਰਕੇ ਸਿੱਖਾਂ ਨੂੰ ਖਵਾਉਂਦਾ ਹੈ। ਸਭਾ 'ਚ ਗੁਰੂ ਜੀ ਨੇ ਸਭ ਨੂੰ ਕਿਹਾ ਕਿ ਆਪਣੀ ਸ਼ਰਧਾ ਧਾਰ ਕੇ ਅਰਪਣ ਕਰੋ, ਤੇ ਸੈਂਕੜੋਂ ਗੁਣ ਵਿਸਤਾਰ ਹੁੰਦੇ ਹੈ। ਥੋੜੇ ਬਹੁਤ ਕੋਈ ਵਿਚਾਰ ਨਹੀਂ, ਯਥਾ ਸ਼ਕਤੀ ਪ੍ਰੇਮ ਸਾਥ ਅਰਪਣ ਕਰਕੇ ਆਪਣਾ ਭਲਾ ਜਾਣੋ। ਇਹ ਕੁਛ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਵੱਡੇ ਭਾਗ ਹੈ, ਇਹ ਸੁਣ ਕਰ ਸਾਰੀ ਸਭਾ ਦੇ ਹਿਰਦੇ 'ਚ ਸ਼ਰਧਾ ਧਾਰਨ ਕਰ ਲਈ। ਕਿਹਾ ਸਤਿਗੁਰੂ ਹਰਿਰਾਏ ਜੀ ਨੇ, ਧਨ ਹੈ ਜੋ ਕਦੇ ਵੀ ਥੋੜੇ ਪ੍ਰੇਮ ਸਹਿਤ ਅਰਪਣ ਕਰਦੇ ਹੈ, ਉਸ ਨੂੰ ਬਹੁਤ ਧਨਵਾਨ ਬਣਾ ਦਿੰਦੇ ਹਨ। ਯਥਾ ਸ਼ਕਤੀ ਦੇ ਅਨੁਸਾਰ ਜੋ ਗੁਰੂ ਜੀ ਦੇ ਘਰ 'ਚ ਲੰਗਰ 'ਚ ਅਨਾਜ ਦਿੰਦਾ ਹੈ, ਉਹਦਾ ਹਮੇਸ਼ਾ ਬੇੜਾ ਪਾਰ ਹੁੰਦਾ ਹੈ। ਉਹ ਉਸਦੇ ਘਰ 'ਚ ਕਦੇ ਵੀ ਵਿਪਤਾ ਨਹੀਂ ਆਉਂਦੀ, ਨਾ ਹੀ ਕਦੇ ਉਸਦੇ ਘਰ 'ਚ ਗਰੀਬੀ ਆਉਂਦੀ ਹੈ। ਤੇ ਇਸ ਲਈ ਕਿਹਾ ਜਾਂਦਾ ਹੈ, ਹਮੇਸ਼ਾ ਆਪਣੀ ਕਿਰਤ ਕਮਾਈ ਦਾ ਚੌਥਾ ਹਿੱਸਾ ਜ਼ਰੂਰ ਪਾਉਣਾ ਚਾਹੀਦਾ ਹੈ। ਤੇ ਸਾਧ ਸੰਗਤ ਜੀ, ਧਨ ਦੇ ਨਾਲ ਨਾਲ ਆਪ ਦੇ ਦਿਨ ਦਾ 10ਵਾਂ ਹਿੱਸਾ ਵੀ ਪਾਉਣਾ ਚਾਹੀਦਾ ਹੈ, ਯਾਨੀ ਕਿ ਥੋੜਾ ਬਹੁਤ ਸਿਮਰਨ ਵੀ ਕਰਨਾ ਚਾਹੀਦਾ ਹੈ। ਸਾਧ ਸੰਗਤ ਜੀ, ਫਿਰ ਉਹਨਾਂ ਨੇ ਸ਼ੁਭ ਸਿੱਖਿਆ ਦਿੱਤੀ ਸੇਵਕਾਂ ਨੂੰ, ਤੇ ਉਹਨਾਂ ਨੇ ਬੜੀ ਪ੍ਰਸੰਨ ਹੋ ਕੇ ਉਪਦੇਸ਼ ਦਾ ਦਾਨ ਦਿੱਤਾ। ਦਰਸ਼ਨ ਚਰਨ ਸਪਰਸ਼ ਕਰਦੇ ਰਹੇ ਤੇ ਆਪਣੇ ਸਰੀਰ 'ਚ ਪੜ ਲੱਗ ਜਾਣ ਕੇ ਉਹ ਪ੍ਰਸੰਨ ਹੋ ਗਏ ਕਿ ਸ਼੍ਰੀ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਤਖਤ 'ਤੇ ਬੈਠ ਕੇ ਬਹੁਤ ਸੋਹਣੇ ਲੱਗ ਰਹੇ ਸੀ, ਕਿਉਂਕਿ ਸੱਚੇ ਪਾਤਸ਼ਾਹ ਦੀ ਪਦਵੀ ਉਹਨਾਂ ਨੂੰ ਬਣਾਉਂਦੀ ਸੀ। ਭਾਵ ਉਹਨਾਂ ਦੇ ਯੋਗ ਹੈ, ਇੱਕ ਪਹਿਰ ਉਹ ਰਾਤ ਰਹਿ ਜਾਂਦੀ ਹੈ। ਜੋ ਜਾਗ ਪੈਂਦੇ ਹੈ ਉਹ ਸੋਚ ਕਰਕੇ ਫਿਰ ਪਾਣੀ ਤੋਂ ਨਾਲ ਇਸ਼ਨਾਨ ਕਰਦੇ ਹੈ। ਸੇਵਕ 101 ਪਾਣੀ ਦੀ ਘਾਗਰਾ ਲੈ ਕੇ ਆਉਂਦੇ ਹੈ, ਸਰੀਰ ਨੂੰ ਅੱਛੀ ਤਰ੍ਹਾਂ ਮਲ ਕੇ 101 ਘਾਗਰ ਦੇ ਨਾਲ ਇਸ਼ਨਾਨ ਕਰਦੇ ਹੈ। ਆਸਨ 'ਤੇ ਬੈਠ ਕੇ ਅੱਖਾਂ ਬੰਦ ਕਰਕੇ ਅਗਾਧ ਸਮਾਧੀ ਲਗਾ ਲੈਂਦੇ ਹੈ ਤੇ ਅਨੁਭਵ ਆਨੰਦ ਰੂਪ ਤੇ ਆਪਣੀ ਬਿਰਤੀ ਟਿਕਾ ਕੇ ਇੱਕ ਜਗ੍ਹਾ ਸਥਿਰ ਹੋ ਜਾਂਦੇ ਹਨ। ਪੂਰਨ ਗੁਰੂ ਜੀ ਆਤਮਾ ਪ੍ਰਭ ਦੀ ਸਮਾਧੀ ਲਗਾ ਕਰ ਅਡੋਲ ਬੈਠੇ ਰਹਿੰਦੇ ਹੈ। ਬਾਹਰ ਗਾਇਕ ਸੁਖਦਾਇਕ ਸਤਨਾਮ ਦੇ ਮਹਾਤਮ ਨੂੰ ਗਾਉਂਦੇ ਹੈ, ਸਾਜ ਬਾਜਾ ਕਰ ਤਾਲ ਮਿਲਾਉਂਦੇ ਹੈ ਤੇ ਚਿੱਤ ਲਗਾ ਕਰ ਸੁਣਦੇ ਹੈ, ਬੜੀ ਹੀ ਪ੍ਰੇਮ ਨਾਲ ਸੁਣਦੇ ਹੈ। ਸੇਵਕ ਇਕੱਠੇ ਹੋ ਕੇ ਸਾਰੇ ਉੱਥੇ ਵਾਹਿਗੁਰੂ ਜੀ ਦਾ ਜਾਪ ਕਰਦੇ ਹੈ। ਅੰਮ੍ਰਿਤ ਵੇਲੇ ਹੀ ਦਿਨ ਚੜ੍ਹ ਜਾਂਦਾ ਹੈ ਤੇ ਸਮਾਧੀ ਖੁੱਲ੍ਹ ਜਾਂਦੀ ਹੈ ਔਰ ਨੈਣ ਖਿੜ ਜਾਂਦੇ ਹੈ ਤੇ ਸੇਵਕ ਚੰਦਨ ਕੇਸਰ ਨੂੰ ਘਸਾ ਕੇ ਕਪੂਰ ਦੇ ਨਾਲ ਮਿਲਾ ਕੇ ਮੱਥੇ ਤੇ ਇੱਕ ਸੋਹਣਾ ਟਿੱਕਾ ਲਗਾਉਂਦੇ ਹਨ, ਜੋ ਕਿ ਬਹੁਤ ਹੀ ਸੋਹਣਾ ਲੱਗਦਾ ਹੈ, ਮੰਨੋ ਜਿਵੇਂ ਕਮਲ ਦਾ ਫੁੱਲ ਖਿਲ ਗਿਆ ਹੋਵੇ। ਫਿਰ ਸੁੰਦਰ ਨਰਮ ਕੱਪੜੇ ਪਾ ਕੇ ਗੁਰੂ ਜੀ ਆਪਣੇ ਅੰਗਾਂ ਨੂੰ ਸਹਿਜਾਉਂਦੇ ਹੈ।
101 ਕਲੀਆਂ ਵਾਲਾ ਜਾਮਾ ਪਾਉਂਦੇ ਹੈ ਜੋ ਕਿ ਬਹੁਤ ਹੀ ਸੁਖਮ ਕੱਪੜੇ ਦਾ ਹੁੰਦਾ ਹੈ। ਆਪਣੇ ਸਰੀਰ ਨੂੰ ਸੁੰਦਰ ਸਜਾਉਂਦੇ ਹੈ। ਦਸਤਾਰ ਉੱਪਰ ਹੀਰੇ ਜਵਾਹਰਾਤ ਦੀ ਜੜੀ ਕਲਗੀ ਵੀ ਲਗਾਉਂਦੇ ਹੈ ਜੋ ਮੁੱਖ 'ਤੇ ਬਹੁਤ ਹੀ ਸੋਹਣੀ ਲੱਗਦੀ ਹੈ। ਕੰਨਾਂ 'ਚ ਕੁੰਡਲ ਲਟਕਾਉਂਦੇ ਹੈ ਅਤੇ ਹੱਥਾਂ 'ਚ ਸੋਨੇ ਦੇ ਜੜਾਊ ਕੰਗਣ ਵੀ ਪਾਉਂਦੇ ਹੈ ਜਿਨ੍ਹਾਂ ਦੀ ਸ਼ੋਭਾ ਬਹੁਤ ਹੀ ਸੋਹਣੀ ਲੱਗਦੀ ਹੈ। ਗਲ 'ਚ ਫੁੱਲਾਂ ਦਾ ਹਾਰ ਵਿਸ਼ਾਲ ਬੜਾ ਹੀ ਸੋਹਣਾ ਲੱਗਦਾ ਹੈ। ਜਦ ਉੱਠ ਕਰ ਚਲਦੇ ਹੈ ਤੇ ਜਾਮੇ ਨੂੰ ਸਮੇਟ ਲੈਂਦੇ ਹੈ। ਜੋ ਵਚਨ ਪਿਤਾਮਾ ਨੇ ਫੁੱਲ ਟੁੱਟ ਜਾਣ 'ਤੇ ਕਹੇ ਸੀ ਉਸ ਅਨੁਸਾਰ ਹੀ ਚੱਲਦੇ ਹੈ। ਸਾਰੀ ਉਸ ਉਮਰ ਉਸ ਨੇਮ ਨਹੀਂ ਨਿਭਾਉਣਾ ਹੈ ਜੋ ਕਿ ਆਪਾਂ ਨੂੰ ਦਿਨ ਰਾਤ ਤਾਰੇਗਾ। ਇਸ ਲਈ ਹਮੇਸ਼ਾ ਗੁਰੂ ਜੀ ਦਾ ਨਾਮ ਜਾਪ ਕਰਦੇ ਰਹਿਣਾ ਚਾਹੀਦਾ ਹੈ। ਵਾਹਿਗੁਰੂ ਜੀ ਇਹੀ ਆਪਾਂ ਨੂੰ ਤਾਰੇਗਾ, ਇਹੀ ਆਪਾਂ ਨੂੰ ਇਸ ਸੰਸਾਰ ਦੇ ਵਿੱਚ ਉଦ୍ਧਾਰ ਕਰੇਗਾ। ਇਸ ਲਈ ਮੈਂ ਅੱਜ ਦੀ ਸਾਖੀ ਨਾਲ ਤੁਹਾਨੂੰ ਤੋਂ ਲੈਂਦੀ ਹਾਂ ਇਜਾਜ਼ਤ। ਫਿਰ ਮਿਲਾਂਗੀ ਐਵੇਂ ਹੀ ਕੋਈ ਨਵੀਂ ਸਾਖੀ ਦੇ ਨਾਲ। ਅਤੇ ਸਾਧ ਸੰਗਤ ਜੀ ਇਸ ਸਾਖੀ ਨੂੰ ਆਪਣੇ ਸਤਸੰਗੀ ਪ੍ਰੇਮੀ ਸਤਸੰਗੀ ਨੂੰ ਜ਼ਰੂਰ ਭੇਜਿਓ। ਅਤੇ ਅਗਰ ਤੁਹਾਨੂੰ ਇਹ ਸਾਖੀ ਅੱਛੀ ਲੱਗੀ ਹੋਏ ਤਾਂ ਕਮੈਂਟ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ। ਸਾਧ ਸੰਗਤ ਜੀ ਜੇ ਤੁਹਾਨੂੰ ਸਾਖੀਆਂ ਸਤਸੰਗ ਅਤੇ ਰੂਹਾਨੀਅਤ ਦੀ ਗੱਲਾਂ ਸੁਣਨਾ ਪਸੰਦ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਨੋਟੀਫਿਕੇਸ਼ਨ ਨੂੰ ਵੀ ਔਨ ਕਰ ਲਓ ਤਾਂ ਕਿ ਕੋਈ ਵੀ ਨਵੀਂ ਸਾਖੀ ਆਏ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆ ਜਾਏ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।